ਜੈ ਯਿਸੂ ਫਾਦਰ ਜੀ। ਮੇਰਾ ਸਵਾਲ ਇਹ ਹੈ ਕਿ ਕੈਥੋਲਿਕ ਕਲੀਸਿਆ ਸਾਲ ਦੇ ਵਿੱਚ 2 ਵਾਰੀ ਪਾਕ ਯੂਕਰਿਸਤ ਦੀ ਈਦ ਕਿਉਂ ਮਨਾਉਂਦੇ ਹਨ? इस सवाल ਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਵਿੱਚ 2 ਸ਼ਬਦਾਂ ਦੀ ਮਤਲਬ ਜਾਣਨਾ ਜ਼ਰੂਰੀ ਹੈ। ਉਹ ਸ਼ਬਦਾਂ ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਹੈ, ਸੈਲੀਬ੍ਰੇਸ਼ਨ ਐਂਡ ਰਿਮੈਂਬਰੈਂਸ। ਪੰਜਾਬੀ ਚ ਉਹਨੂੰ ਕਹਿੰਦੇ ਆ ਤਿਉਹਾਰ ਅਤੇ ਯਾਦਗਾਰੀ। ਅਸੀਂ ਸਾਲ ਦੇ ਵਿੱਚ ਪਾਕ ਯੂਕਰਿਸਤ ਦੀ ਈਦ 2 ਵਾਰ ਕਲੀਸਿਆ ਨਹੀਂ ਮਨਾਉਂਦੀ, ਇਸ ਲਈ ਕਿ ਪਾਕ ਵੀਰਵਾਰ ਦੇ ਦਿਨ ਅਸੀਂ ਯਾਦਗਾਰੀ ਕਰਦੇ ਹਾਂ। ਪਾਕ ਯੂਕਰਿਸਤ ਦੀ ਸਥਾਪਨਾ, ਪੁਰੋਹਿਤਾਈ ਜ਼ਿੰਦਗੀ ਦੀ ਸ਼ੁਰੂਆਤ ਅਤੇ ਪੈਰ ਧੋਣ ਦਾ ਰਸਮ, ਇਨ 3 ਚੀਜ਼ਾਂ ਨੂੰ ਅਸੀਂ ਤਿਉਹਾਰ ਦੇ ਰੂਪ ਵਿੱਚ ਮਨਾਉਂਦੇ ਨਹੀਂ ਹੈ, ਬਲਕਿ ਪਾਕ ਵੀਰਵਾਰ ਦੇ ਦਿਨ ਅਸੀਂ ਇਹਨਾਂ 3 ਚੀਜ਼ਾਂ ਦੀ ਯਾਦਗਾਰੀ ਕਰਦੇ ਹਾਂ। ਇਸ ਦੇ ਨਾਲ ਹੀ ਪਾਕ ਵੀਰਵਾਰ ਨੂੰ ਅਸੀਂ ਪਾਕ ਯੂਕਰਿਸਤ ਦੀ ਈਦ ਨਹੀਂ ਮਨਾਉਂਦੇ, ਇਸ ਲਈ ਕਿ ਆਉਣ ਵਾਲੇ ਦਿਨ ਪਾਕ ਸ਼ੁੱਕਰਵਾਰ ਦੇ ਦਿਨ ਪ੍ਰਭੂ ਯਿਸੂ ਮਸੀਹ ਦੇ ਦੁੱਖ, ਦਰਦ, ਸਲੀਬੀ ਮੌਤ ਅਤੇ ਉਹਦੇ ਸਾਰੀ ਜ਼ਿੰਦਗੀ ਦੀ ਮੁਸ਼ਕਿਲ ਸਮੇਂ ਨੂੰ ਅਸੀਂ ਯਾਦ ਕਰਦੇ ਹਾਂ। ਸਾਡੇ ਲਈ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲ ਕੇ ਸਲੀਬੀ ਰਾਹ ਦੀ ਉਹ ਦੁੱਖ ਦੀ ਰਾਹ ਤੇ ਚੱਲਣਾ, ਇਸ ਲਈ ਸਾਨੂੰ 1 ਦਿਨ ਪਹਿਲਾਂ ये त्योहार मनाना ये जायज नहीं है। इसलिए याद रखो, पाक वीरवार दे दिन असी त्योहार नहीं मनाउंदे, बल्कि असी यादगारी करते हैं, पाक यूकरिस्ट दी स्थापना दी यादगारी। हुण असी अज दे दिन दे देखांगे, असी पाक यूकरिस्ट दा यानी कॉर्पस क्रिस्टी प्रभु यीशु मसीह दा पाक बदन अते लहू दी ईद असी मनाउंदे हां, त्योहार असी मनाउंदे हां। ਇਹਦੇ ਲਈ ਵੀ ਇੱਕ ਖਾਸ ਵਜ੍ਹਾ ਹੈ। ਵਜ੍ਹਾ ਇਸ ਲਈ ਕਿ ਉਸ ਦਿਨ ਅਸੀਂ ਯਾਦਗਾਰੀ ਕੀਤਾ ਪਾਕ ਵੀਰਵਾਰ ਦੇ ਦਿਨ, ਇਸ ਲਈ ਪਾਕ ਮਾਂ ਕਲੀਸਿਆ ਨੇ ਇਹ ਸਾਨੂੰ ਸਿੱਖਿਆ ਦਿੰਦਾ ਹੈ ਕਿ ਪਾਕ ਯੂਕਰਿਸਤ ਕੈਥੋਲਿਕ ਕਲੀਸਿਆ ਦੇ ਲਈ ਜ਼ਿੰਦਗੀ ਦਾ ਸਭ ਤੋਂ ਸੋਮਾ ਹੈ। ਪ੍ਰਾਰਥਨਾ ਦੀ ਵਿੱਚੋਂ ਸਭ ਤੋਂ ਉੱਤਮ ਅਤੇ ਵੱਡੀ ਪ੍ਰਾਰਥਨਾ ਹੈ। ਇਸ ਲਈ ਇਸ ਪ੍ਰਾਰਥਨਾ ਨੂੰ, ਇਸ ਯੂਕਰਿਸਤ ਨੂੰ ਅਸੀਂ ਪੂਰੇ ਜਸ਼ਨ ਨਾਲ ਮਨਾਉਣਾ ਇਹ ਵੀ ਜ਼ਰੂਰੀ ਹੈ। ਇਹ ਤਿਉਹਾਰ ਦੇ ਰੂਪ ਦੇ ਵਿੱਚ ਮਨਾਉਣਾ ਜ਼ਰੂਰੀ ਹੈ। ਇਸ ਲਈ ਸਾਲ ਦੇ 6ਵੇਂ ਮਹੀਨੇ, ਹੁਣ ਤੁਸੀਂ ਦੇਖੋ ਇੱਕ ਸਾਲ ਦੇ ਵਿੱਚ 12 ਮਹੀਨੇ ਹਨ। ਇਹਨਾਂ 12 ਮਹੀਨਿਆਂ ਚੋਂ 6ਵਾਂ ਮਹੀਨਾ ਹੈ ਜਿਹੜੇ ਬਰਾਬਰ ਆਉਂਦੇ ਆ ਵਿਚਕਾਰ, ਸੈਂਡਰ ਜਿਹਨੂੰ ਅਸੀਂ ਕਹਿੰਦੇ ਆ। ਪਾਕ ਯੂਕਰਿਸਤ ਦੀ ਇਹ ਜੋ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਦੀ ਈਦ ਅਸੀਂ ਮਨਾਉਂਦੇ ਆ 6ਵਾਂ ਮਹੀਨਾ ਜੂਨ ਮਹੀਨੇ ਵਿੱਚ, ਜਿਹੜੇ ਸਾਲ ਦੇ ਸੈਂਡਰ ਦੇ ਮਹੀਨੇ 'ਚ। ਇਹ ਸਾਨੂੰ ਇੱਕ ਨਿਸ਼ਾਨੀ ਹੈ ਕਿ ਕੈਥੋਲਿਕ ਕਲੀਸਿਆ ਦੇ ਵਿੱਚ ਪਾਕ ਯੂਕਰਿਸਤ ਸਾਡੇ ਲਈ ਸਾਡੀ ਜ਼ਿੰਦਗੀ ਦੀ, ਸਾਡੀ ਪ੍ਰਾਰਥਨਾ ਦੀ ਸੈਂਡਰ ਹੈ। ਇਸ ਦੇ ਨਾਲ ਅਸੀਂ ਇਹ ਵੀ ਯਾਦ ਕਰ ਸਕਦੇ ਹਾਂ ਜਾਂ ਸਮਝ ਸਕਦੇ ਹਾਂ, ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਹਰ ਇੱਕ ਖੁਦਾ ਦੀਆਂ ਭੇਦਾਂ ਵੱਖ-ਵੱਖ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਪ੍ਰਗਟ ਕਰਦਾ ਹੈ। ਅਸੀਂ ਦੇਖਾਂਗੇ ਕਿਸ ਤਰ੍ਹਾਂ ਦੀ ਭੇਦਾਂ। ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਇਨਸਾਨ ਦੀ, ਸ਼ੈਤਾਨ ਦੇ, ਦੁਨੀਆ ਦੇ ਸਾਰੀਆਂ ਸ਼ਕਤੀਆਂ ਨੂੰ ਹਰਾ ਕੇ ਖੁਦਾ ਦੀ ਸ਼ਕਤੀ ਦੀ ਪ੍ਰਗਟਾਵਾ ਕੀਤਾ। रेसरेक्शन, पुनरुत्थान। हजे तक कोई इंसान अपने मौत विचों नहीं पुनरुत्थान होया सिवाय प्रभु यीशु मसीह। इसलिए पुनरुत्थान इंसानां दे लई एक भेद है, खुदा दी भेद प्रभु यीशु मसीह ने अपने पुनरुत्थान दे राही लोकां दे सामने प्रकट किया। उस तो बाद केड़ा त्योहार असी मनाया? प्रभु यीशु मसीह दा स्वर्ग वल उठाए जाण दा ईद। ਇਹ ਵੀ ਖੁਦਾ ਦੀ ਇੱਕ ਭੇਦ ਹੈ ਕਿ ਕੋਈ ਵੀ ਇਨਸਾਨ ਨੂੰ स्वर्ग ਵੱਲ ਨਹੀਂ ਉਠਾਇਆ ਗਿਆ ਜਿਨ੍ਹਾਂ ਦੇ ਵਿੱਚ ਖੁਦਾਈਅਤ ਪੂਰੀ ਨਹੀਂ ਹੈ। ਪ੍ਰਭੂ ਯਿਸੂ ਮਸੀਹ ਦੇ ਵਿੱਚ ਉਹ ਸਭ ਕੁਝ ਭਰਪੂਰ ਸੀ, ਸੰਪੂਰਨ ਸੀ। ਦੂਸਰਾ ਭੇਦ, ਯਿਸੂ ਮਸੀਹ ਨੂੰ स्वर्ग ਵੱਲ ਉਠਾਇਆ ਗਿਆ। ਉਸ ਤੋਂ ਬਾਅਦ ਅਸੀਂ ਈਦ ਮਨਾਉਂਦੇ ਆ ਪੰਤਕੁਸਤਾ ਦਾ ਈਦ। ਪੰਤਕੁਸਤਾ ਦੀ ਈਦ ਵਿੱਚ ਪਵਿੱਤਰ ਆਤਮਾ ਅੱਗ ਦੇ ਰੂਪ ਦੇ ਵਿੱਚ ਮਾਂ ਮਰੀਅਮ ਅਤੇ 12 ਚੇਲਿਆਂ ਦੇ ਉੱਤੇ ਉਤਰਦਾ ਹੈ। ਪ੍ਰਭੂ ਨੇ ਕੀ ਸਾਨੂੰ ਜਵਾਬ ਦਿੱਤਾ ਸੀ?
मैं इसलिए जावांगा ताकि मैं तुहाडे लिए एक मददगार कलांगा। प्रभु ने अपनी आत्मा साडे उत्ते डोल दिता ਅਤੇ ਸਾਡੇ ਲਈ ਆਤਮਾ ਦੇ ਕੇ ਖੁਦਾ ਦੀ ਬਹੁਤ ਵੱਡੀ ਭੇਦ ਸਾਡੇ ਸਾਹਮਣੇ ਪ੍ਰਗਟ ਕੀਤਾ। ਪੈਂਤੇਕੋਸਤ ਦੇ ਦਿਨ ਤੋਂ ਬਾਅਦ ਅਸੀਂ ਹੋਰ ਈਦ ਮਨਾਇਆ, ਉਹ ਹੈ ਪਾਕ ਤਸਲੀਸ ਦੀ ਈਦ। ਪਾਕ ਤਸਲੀਸ ਇੱਕ ਖੁਦਾ ਵਿੱਚ ਤਿੰਨ ਸ਼ਖਸਾਂ ਹਨ। ਇਹ ਵੀ ਬਹੁਤ ਵੱਡੀ ਭੇਦ ਹੈ, ਇਨਸਾਨ ਆਪਣੇ ਆਮ ਸੋਚ ਸਮਝ ਦੇ ਨਾਲ ਨਹੀਂ ਜਾਣ ਸਕਦੇ। ਇਹ ਵੀ ਖੁਦਾ ਨੇ ਭੇਦ ਪ੍ਰਗਟ ਕੀਤਾ। ਹੁਣ ਅੱਜ ਦੀ ਜਿਹੜੀ ਈਦ ਹੈ ਉਹ ਹੈ ਪ੍ਰਭੂ ਯਿਸੂ ਮਸੀਹ ਦਾ ਪਾਕ ਬਦਨ ਅਤੇ ਲਹੂ ਦੀ ਈਦ, यानी पाक यूकरिस्त दी। ये एक बहुत वड्डी भेद है कि प्रभु ने अपना शरीर कुर्बानी दे के साडे लई जीवन दे प्रभु दे बदन अते लहू सानू दे के एक नवा जीवन बख्शिया। ये भी प्रभु वालों खुदा वालों एक नवा भेद है। हुण असी इस ईद तो बाद असी प्रभु यीशु मसीह दे पाक दिल दी ईद मनाउंदे हां। ये भी एक बहुत वड्डी ईद है, एक भेद है। ते यीशु मसीह दे मुर्दियां विच जी उठण तो बाद पाक दिल दी ईद तक खुदा प्रभु यीशु मसीह ने साडे सामने खुदा दियां वख-वख भेदां प्रगट कीता। इसलिए ओ जेड़ी भेदां प्रगट कीता ओदी जश्न मनाउना, ओदी ईद मनाउना असी कैथलिक कलीसिया दे लई बहुत ही खुशी दी गल है। इसलिए पाक बदन अते लहू दी ईद, कॉर्पुस क्रिस्टी दी ईद अज असी मनाउंदे हां। हुण इस ईद दे नाल नाल सानू इस दी थोड़ी इतिहास भी जानना जरूरी है। मैं तुहानू वो दसना चाहना, ये जेड़ी ईद है जो कॉर्पुस क्रिस्टी दी ईद, ये जदों शुरू होया इतिहास दे विच इस तरह लिखिया है। बेल्जियम दे विच लिएज डायसिस दे विच, बेल्जियम देश लिएज डायसिस दे विच सब तो पहला बिशप रॉबर्ट नाम दा एक बिशप ने प्रभु यीशु मसीह दा पाक बदन ते लहू दी ईद अपने डायसिस दे विच बिशप जी ने मनाया। उस डायसिस दे विच एक आर्च डीकन सी, असी डीकना नू जानने आ, एक आर्च डीकन सी जो बाद विच कलीसिया दी पोप साहब बनिया। सन 1261 विच आर्च डीकन अर्बन 14 दे नाम दा एक पोप साहब बनिया कैथलिक कलीसिया दे विच 1261 विच। 1264 विच एहोई पोप साहब ने अर्बन 14 ने सारे दुनिया नू कलीसिया नू ये ऐलान किया कि असी सारे प्रभु यीशु मसीह दा पाक बदन ते लहू दी ईद मनाउना, उस दी त्योहार मनाउना जरूरी है, क्योंकि साडी जिंदगी दी सोमा, साडी सब तो उत्तम प्रार्थना पाक यूकरिस्त है। ते इस ऐलान तो बाद 1264 विच ऐलान करन तो बाद 14वीं सदी विच बहुत सारे लोग, इन्ने के बहुत सारे लोग ये ईद त्योहार नहीं मनाया। लेकिन जदों 15वां सदी च आया पूरी दुनिया दे विच पाकमा कलीसिया ये ईद बहुत धूमधाम नाल मनावना शुरू होया। ते 15 सदी तो अज तक प्रभु यीशु मसीह दा पाक बदन ते लहू दी ईद बड़े जश्न दे नाल, बड़े खुशी दे नाल मनाउंदी जा रही है। हुण ये जेड़ी फीस्ट है पेंतकुस्त दे दिन तो बाद जेड़े पाक तसलीस दी ईद आउंदे हैं, उस तो बाद जेड़े आउण वाले पाक तसलीस दी ईद तो बाद जेड़े वीरवार आउने आ, उस वीरवार नू बहुत सारे देशां दे विच प्रभु यीशु मसीह दे पाक बदन ते लहू दी ईद मनाउंदे हैं। जिस तरह यूरोप है, यूरोप दे विच वीरवार नू ये ईद मनाउंदे हैं। लेकिन असी भारत देश दे विच अते होर भी डायसिसां हन, होर भी देशां हन, ये ईद वीरवार नू नहीं बल्कि एतवार नू मनाउंदा है। असी इसलिए ये जेड़ी ईद बड़े जो खुशी दे नाल, बड़े जश्न दे नाल मनावना जरूरी है। यही है इस सवाल नू समझण दा एक बहुत वड्डी तरीका अते जवाब। याद रखो, मैं तुहानू फिर दोबारा याद लाउने आ, पाक वीरवार नू असी पाक यूकरिस्ती ईद नहीं मनाउंदे, असी पाक यूकरिस्ती स्थापना दी यादगारी करदे हां। प्रभु यीशु मसीह दे पाक बदन ते लहू दी ईद असी जून महीने दे विच
ਸਾਲ ਦੇ 6ਵਾਂ ਮਹੀਨੇ ਦੇ ਵਿੱਚ ਅਸੀਂ ਜਸ਼ਨ ਦੇ ਨਾਲ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ। ਇਹੀ ਹੈ ਫਰਕ, ਇੱਕ ਯਾਦਗਾਰੀ ਹੈ, ਦੂਸਰਾ ਤਿਉਹਾਰ ਹੈ, ਦੂਸਰਾ ਈਦ ਹੈ। ਤਾਂ ਇਸ ਲਈ ਕਲੀਸਿਆ ਸਾਲ ਦੇ ਵਿੱਚ ਪਾਕ ਯੂਕਰਿਸਤੀ ਈਦ 2 ਵਾਰ ਨਹੀਂ ਮਨਾਉਂਦੇ। ਈਦ ਅਸੀਂ ਸਿਰਫ ਇੱਕ ਹੀ ਵਾਰੀ ਮਨਾਉਂਦੇ ਹਾਂ। ਜੈ ਯਿਸੂ ਦੀ।